ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਅਸੀਂ ਯੂਨਿਟ 1 11th ਕਲਾਸ ਦੇ ਕੁਛ ਕੁਐਸਚਨ ਆਨਸਰ ਡਿਸਕਸ ਕਰ ਰਹੇ ਹਾਂ। ਸੋ ਵੀ ਹੈਵ ਕੁਛ ਕੁਐਸਚਨ ਅਸੀਂ ਪਿਛਲੇ ਦੋ ਵੀਡੀਓ 'ਚ ਕੀਤੇ ਸੀ ਡਿਸਕਸ। ਸੋ ਥੋੜ੍ਹੇ ਜਿਹੇ ਕੁਐਸਚਨ ਅਸੀਂ ਹੋਰ ਇੱਥੇ ਡਿਸਕਸ ਕਰ ਲੈਂਦੇ ਹਾਂ। ਵੈਸੇ ਤਾਂ ਤੁਹਾਨੂੰ ਸਾਰੇ ਆਪ ਹੀ ਪੜ੍ਹਨੇ ਪੈਣਗੇ, ਸੋ ਸਾਰੇ ਕੁਐਸਚਨ ਡਿਸਕਸ ਨਹੀਂ ਕੀਤੇ ਜਾ ਸਕਦੇ। ਸੋ which force among the basic forces is the weakest force? ਸੋ ਕੁਦਰਤ ਦੇ ਵਿੱਚ ਪਾਏ ਜਾਣ ਵਾਲੇ ਸਾਰੇ ਪ੍ਰਕਾਰ ਦੇ ਬਲਾਂ ਦੇ ਵਿੱਚੋਂ ਕਿਹੜਾ ਬਲ ਸਭ ਤੋਂ ਕਮਜ਼ੋਰ ਆ? ਸੋ ਚਾਰ ਤਰ੍ਹਾਂ ਦੇ ਬਲ ਆਪਾਂ ਦੇਖਦੇ ਹਾਂ। ਸੋ ਗ੍ਰੈਵੀਟੇਸ਼ਨਲ ਫੋਰਸ, ਇਲੈਕਟ੍ਰੋਮੈਗਨੈਟਿਕ ਫੋਰਸ, ਨਿਊਕਲੀਅਰ ਫੋਰਸ, ਵੀਕ ਫੋਰਸ। ਅਤੇ ਇਹਨਾਂ ਸਭ ਤੋਂ ਜਿਹੜਾ ਕਮਜ਼ੋਰ ਬਲ ਹੈਗਾ ਉਹ ਹੁੰਦਾ ਗ੍ਰੈਵੀਟੇਸ਼ਨਲ। ਸੋ ਵਿਚ ਇਜ਼ ਦਾ ਵੀਕੈਸਟ। ਸੋ ਸਭ ਤੋਂ ਕਮਜ਼ੋਰ ਜਿਹੜਾ ਬਲ ਆ ਉਹ ਕਿਹੜਾ ਆ? ਸੋ ਵੀਕੈਸਟ ਜਿਹੜਾ ਹੈਗਾ। ਸੋ ਵਿਚ ਇਜ਼ ਦਾ ਵੀਕੈਸਟ? ਸੋ ਵੀਕੈਸਟ ਕੌਣ ਹੈਗਾ? ਗ੍ਰੈਵੀਟੇਸ਼ਨਲ ਫੋਰਸ। ਗ੍ਰੈਵੀਟੇਸ਼ਨਲ ਫੋਰਸ ਜਿਹੜਾ ਹੈਗਾ ਉਹ ਵੀਕੈਸਟ ਫੋਰਸ ਹੈਗਾ। ਇੱਕ ਨੰਬਰ ਦੇ ਵਿੱਚ ਜਿੱਦਾਂ ਤੁਹਾਨੂੰ ਪੁੱਛੇ ਜਾ ਸਕਦੇ ਆ। ਸਟਰੋਂਗੈਸਟ ਫੋਰਸ ਫਿਰ ਕਿਹੜਾ ਹੈਗਾ? ਸਟਰੋਂਗੈਸਟ ਫੋਰਸ ਨਿਊਕਲੀਅਰ ਫੋਰਸ ਹੁੰਦਾ ਹੈਗਾ। ਸਟਰੋਂਗ ਸਭ ਤੋਂ ਤਗੜਾ ਜਿਹਨੂੰ ਕਹਿ ਲਓ ਸਟਰੋਂਗੈਸਟ। ਸੋ ਇਹ ਕਿਹੜਾ ਹੈ? ਨਿਊਕਲੀਅਰ। ਸੋ ਨਿਊਕਲੀਅਰ ਫੋਰਸ ਜਿਹੜਾ ਹੈਗਾ ਉਹ ਸਭ ਤੋਂ ਤਗੜਾ ਹੁੰਦਾ, ਸਭ ਤੋਂ ਮਜ਼ਬੂਤ, ਸਭ ਤੋਂ ਸਟਰੋਂਗੈਸਟ ਜਿਹੜਾ ਹੈਗਾ, ਜੋ ਵੀ ਪੰਜਾਬੀ 'ਚ ਤੁਸੀਂ ਇਹਨੂੰ ਕਹਿਣਾ ਕਹਿ ਲਓ। ਸੋ ਦੈਨ ਵੀ ਹੈਵ ਅਦਰ ਕੁਐਸਚਨਸ ਲਾਈਕ ਜਿੱਦਾਂ ਹੁਣ ਆਪਣੇ ਇੰਡੀਅਨ ਜਿਹੜੇ ਭੌਤਿਕ ਵਿਗਿਆਨੀ ਹੈਗੇ ਆ ਉਹਨਾਂ ਦੇ ਕੋਈ ਨਾਂ ਅਤੇ ਉਹਨਾਂ ਦੀ ਡਿਸਕਵਰੀ ਦੇ ਬਾਰੇ ਕੋਈ ਦੱਸੋ। ਜਿੱਦਾਂ ਆਪਣੇ ਬੜੇ ਮਸ਼ਹੂਰ ਆਪਣੇ CV ਰਮਨ, ਡਾਕਟਰ CV ਰਮਨ ਹੋਏ ਆ, ਨੋਬਲ ਪ੍ਰਾਈਜ਼ ਵੀ ਮਿਲਿਆ ਉਹਨਾਂ ਨੂੰ। CV ਰਮਨ ਭਾਰਤ ਦੇ ਸੀਗੇ ਅਤੇ ਇਹਨਾਂ ਨੇ ਰਮਨ ਇਫੈਕਟ ਪ੍ਰਕਾਸ਼ ਨਾਲ ਸੰਬੰਧਿਤ ਜਿਹੜਾ ਹੈਗਾ ਇਹਨਾਂ ਦੇ ਨਾਂ ਦੇ ਉੱਤੇ ਹੀ ਆਪਾਂ ਜਿਹੜਾ ਸਾਇੰਸ ਡੇ ਵੀ ਮਨਾਉਂਦੇ ਹਾਂ। ਫਰਵਰੀ ਮਹੀਨੇ 'ਚ ਹੁੰਦਾ ਸ਼ਾਇਦ। ਸੋ HJ ਭਾਭਾ, ਹੋਮੀ ਜਹਾਂਗੀਰ ਭਾਭਾ, ਇਹਨਾਂ ਨੇ ਜਿਹੜਾ ਹੈਗਾ BHA ਕੋਸਮਿਕ ਰੇ ਸ਼ਾਵਰਸ 'ਤੇ ਕੰਮ ਕੀਤਾ ਸੀਗਾ। ਕੋਸਮਿਕ ਰੇਜ਼। ਇਹ ਕੋਸਮਿਕ ਰੇਜ਼ ਕੀ ਹੁੰਦੀਆਂ? ਇਹ ਕੁਛ ਕਿਰਨਾਂ ਹੁੰਦੀਆਂ ਜਿਹੜੀਆਂ ਤੁਸੀਂ ਕਹਿ ਲਓ ਕਿ ਅੰਤਰਿਕਸ਼ ਵਿੱਚੋਂ ਧਰਤੀ ਵੱਲ ਡਿੱਗਦੀਆਂ ਵਾ। ਸੋ ਉਹ ਜਿਹੜੀਆਂ ਕਿਰਨਾਂ ਹੈਗੀਆਂ ਉਹਦੇ 'ਚ ਚਾਰਜ ਪਾਰਟੀਕਲ ਵਗੈਰਾ ਹੁੰਦੇ ਆ। ਸੋ ਉਹਨਾਂ ਦੇ ਉੱਪਰ ਇਹਨਾਂ ਨੇ ਕੰਮ ਕੀਤਾ ਸੀ ਕੋਸਮਿਕ ਰੇ ਸ਼ਾਵਰਸ 'ਤੇ। ਦੈਨ ਵੀ ਹੈਵ ਦੋ ਭਾਰਤੀ ਵਿਗਿਆਨੀ ਜਿਹੜੇ ਕਿ ਅਮਰੀਕਨ ਵਿਗਿਆਨੀ ਸੀਗੇ, ਜਿਹੜੇ ਮਤਲਬ ਭਾਰਤ ਦੇ ਜੰਮੇ ਹੋਏ ਅਤੇ ਅਮਰੀਕਨ ਸੀਗੇ। ਇਹਦੇ ਵਿੱਚ ਆਪਣੇ ਕੋਲ ਹੈਗਾ S ਚੰਦਰ ਸ਼ੇਖਰ। ਸੋ ਚੰਦਰ ਸ਼ੇਖਰ ਲਿਮਟ ਇਹਨਾਂ ਨੇ ਤਾਰਿਆਂ ਦੇ ਸੰਬੰਧ 'ਚ ਸਥਾਪਿਤ ਕੀਤੀ ਸੀ, ਉਹਦੇ ਬਾਰੇ ਗੱਲ ਕੀਤੀ ਸੀ S ਚੰਦਰ ਸ਼ੇਖਰ। ਇੱਕ ਹੈ A ਸਲਾਮ। ਸੋ ਇਹਨਾਂ ਨੇ ਵੀਕ ਇਲੈਕਟ੍ਰੋਮੈਗਨੈਟਿਕ ਇੰਟਰੈਕਸ਼ਨਸ 'ਤੇ ਕੰਮ ਕੀਤਾ ਸੀ। ਅੱਛਾ, ਇੱਕ ਗੱਲ ਆ ਜਾਂਦੀ ਹੁੰਦੀ ਫਰਮੀ। ਫਰਮੀ ਕੀ ਚੀਜ਼ ਆ? ਫਰਮੀ ਐਕਚੁਅਲੀ ਫੈਮਟੋਮੀਟਰ ਨੂੰ ਛੋਟਾ ਕਰਕੇ ਕਹਿੰਦੇ ਆ। ਫੈਮਟੋਮੀਟਰ ਮਤਲਬ 10 ਦੀ ਪਾਵਰ -15 ਮੀਟਰ। ਸੋ ਇਹਨੂੰ ਫਰਮੀ ਕਹਿ ਦਿੰਦੇ ਆ ਸਿੱਧਾ ਹੀ, ਫਰਮੀ ਬਸ। ਫਰਮੀ ਉੱਦਾਂ ਇੱਕ ਵਿਗਿਆਨੀ ਸੀਗਾ। ਸੋ ਉਹਦੇ ਨਾਂ 'ਤੇ ਇਹ ਜਿਹੜਾ ਯੂਨਿਟ ਹੈਗਾ ਇਹਦਾ ਨਾਮ ਰੱਖਿਆ ਹੋਇਆ ਫਰਮੀ। ਅਸਲ ਵਿੱਚ ਇਹ ਫੈਮਟੋਮੀਟਰ ਹੈਗਾ। ਫੈਮਟੋਮੀਟਰ ਨੂੰ ਫਰਮੀ ਕਹਿ ਦਿੰਦੇ ਆ। ਕੋਹੇਰੈਂਟ ਸਿਸਟਮ ਆਫ ਯੂਨਿਟ ਕਿਹੜਾ ਹੈਗਾ? ਸੋ ਜਿਹੜਾ SI ਸਿਸਟਮ ਹੈਗਾ ਉਹ ਕੋਹੇਰੈਂਟ ਸਿਸਟਮ ਹੈਗਾ। ਕੋਹੇਰੈਂਟ ਸੋ ਕੋਹੇਰੈਂਟ ਸਿਸਟਮ ਜਿਹੜਾ SI ਸਿਸਟਮ ਆ ਉਹ ਕੋਹੇਰੈਂਟ ਸਿਸਟਮ ਹੈਗਾ। ਇਹ ਜਿਹੜਾ ਹੈਗਾ ਕੁਛ ਫੰਡਾਮੈਂਟਲ ਯੂਨਿਟਸ ਵਿੱਚ ਆਪਾਂ ਤੁਹਾਨੂੰ ਪਤਾ ਜਿੱਦਾਂ 7 ਯੂਨਿਟ ਹੁੰਦੇ ਆ। ਸੋ SI ਸਿਸਟਮ ਜਿਹੜਾ ਹੁੰਦਾ MKS ਦੀ ਐਕਸਟੈਂਸ਼ਨ ਆ ਇੱਕ ਤਰ੍ਹਾਂ ਦੀ, MKS ਸਿਸਟਮ ਦੀ। ਸੋ ਇਹਦੇ ਵਿੱਚ ਜਿਹੜੇ ਯੂਨਿਟਸ ਹੈਗੇ ਆ ਉਹ ਇਸ ਢੰਗ ਨਾਲ ਹੁੰਦੇ ਆ ਕਿ ਇਹਨੂੰ ਅਸੀਂ ਕੋਹੇਰੈਂਟ ਮੰਨਦੇ ਹਾਂ ਵੀ ਇਹ ਕੋਹੇਰੈਂਟ ਹੈਗਾ। AMU ਕੀ ਹੁੰਦਾ ਹੈਗਾ? ਸੋ AMU ਜਿਹੜਾ ਹੈਗਾ ਉਹਦੀ ਵੈਲਿਊ 1.6 × -27 kg, 1.66 × -27 kg ਹੁੰਦੀ ਆ। ਇਹ ਜਿਹੜਾ 6 ਕਾਰਬਨ 12 ਆਈਸੋਟੋਪ ਆ, ਆਈਸੋਟੋਪ। ਸੋ 6 ਕਾਰਬਨ 12 ਆਈਸੋਟੋਪ ਆ ਜਿਹੜਾ ਇਹਦੇ
ਐਟਮ ਦਾ 1/12ਵਾਂ ਭਾਗ ਜੇ ਆਪਾਂ ਲੈ ਲਈਏ 1/12ਵਾਂ ਭਾਗ 1/12th ਪਾਰਟ। ਸੋ ਇਹ ਵਾਲਾ ਜਿਹੜਾ ਆਈਸੋਟੋਪ ਆ ਇੱਕ ਜਾਣੇ ਦਾ 1/12ਵਾਂ ਭਾਗ ਲੈ ਲਈਏ ਤਾਂ ਉਹਨੂੰ ਅਸੀਂ 1 AMU ਕਹਿੰਦੇ ਹਾਂ। ਤਾਂ ਉਹ 1 AMU ਦੀ ਵੈਲਿਊ ਜਿਹੜੀ ਮੈਂ ਲਿਖੀ 1.6 - 27 ਹੁੰਦੀ ਆ। ਮੋਲ ਕੀ ਹੁੰਦਾ ਹੈਗਾ? ਮੋਲ ਜਿਹੜਾ ਹੈਗਾ ਇਹ ਨੰਬਰ ਆਫ ਐਟਮਸ ਜਾਂ ਮੋਲੀਕੂਲ ਜਾਂ ਨੰਬਰ ਆਫ ਸਪੀਸੀਜ਼ ਹੁੰਦਾ। ਸੋ ਜਿਹਦੀ ਵੈਲਿਊ ਜਿਹੜੀ ਹੈਗੀ ਆ ਇਹਨੂੰ ਦੋ ਤਰੀਕੇ ਨਾਲ ਦੱਸ ਸਕਦੇ ਹਾਂ। ਇੱਕ ਤਾਂ ਹੈ ਕਿ ਇੱਕ ਜਿਹੜਾ ਮੋਲ ਹੈਗਾ 6.02 2 × 10⁻23 ਯੂ ਕੈਨ ਸੇ ਐਂਟੀਟੀਜ਼ ਜਾਂ ਆਈਟਮਸ ਜਾਂ ਸਪੀਸੀਜ਼ ਕੁਛ ਵੀ ਲਿਖ ਲਓ। ਆਈਟਮਸ ਮਤਲਬ ਗਿਣਤੀ ਆ ਇਹ ਇੱਕ ਤਰ੍ਹਾਂ ਦੀ। ਇੱਕ ਮੋਲ ਇੰਨੀ ਗਿਣਤੀ ਦੇ ਬਰਾਬਰ ਇੰਨੀਆਂ ਚੀਜ਼ਾਂ ਦੇ ਬਰਾਬਰ ਹੁੰਦਾ। ਅਤੇ ਦੂਜਾ ਕੀ ਹੁੰਦਾ ਕਿ ਇੱਕ ਮੋਲ ਜਿਹੜਾ ਹੁੰਦਾ ਵਾ ਉਹ ਗ੍ਰਾਮ ਐਟੋਮਿਕ ਮਾਸ ਜਾਂ ਗ੍ਰਾਮ ਮੋਲੀਕੂਲਰ ਮਾਸ ਦੇ ਬਰਾਬਰ ਹੁੰਦਾ। ਗ੍ਰਾਮ ਮੋਲੀਕੂਲਰ ਇਹਨੂੰ ਤੁਸੀਂ ਇੰਗਲਿਸ਼ ਵਿੱਚ ਜਾਂ ਪੰਜਾਬੀ ਜੋ ਵੀ ਤੁਸੀਂ ਲਿਖਣਾ ਆ ਉਹਨੂੰ ਲਿਖ ਸਕਦੇ ਆ। ਸੋ ਮੋਲ ਜਿਹੜਾ ਹੈਗਾ ਅਮਾਊਂਟ ਆਫ ਸਬਸਟਾਂਸ ਇਨ ਗ੍ਰਾਮ ਇਕੁਅਲ ਟੂ ਐਟੋਮਿਕ ਵੇਟ ਔਰ ਮੋਲੀਕੂਲਰ ਵੇਟ, ਉਹਨੂੰ ਅਸੀਂ ਇੱਕ ਮੋਲ ਕਹਿੰਦੇ ਹੈਗੇ ਆ। ਸੋ ਸਭ ਤੋਂ ਛੋਟਾ ਮਾਸ ਮੇਜਰ ਕਰਨ ਦੇ ਲਈ ਆਪਣੇ ਕੋਲ ਕਿਹੜਾ ਯੂਨਿਟ ਹੈਗਾ? ਸਭ ਤੋਂ ਛੋਟਾ ਮਾਸ ਮੇਜਰ ਕਰਨ ਲਈ ਉੱਦਾਂ ਤਾਂ ਹੋਰ ਵੀ ਹੋਣਗੇ ਬਟ ਆਪਾਂ ਇਹਨੂੰ ਜਿਹੜਾ ਹੈਗਾ ਮੰਨ ਸਕਦੇ ਹਾਂ ਕਿ ਸਾਨੂੰ ਇਹ ਪਤਾ ਹੈਗਾ। ਅੱਛਾ, ਲੀਸਟ ਕਾਊਂਟ ਅਤੇ ਪਿੱਚ ਦੀ ਇੱਕ ਗੱਲ ਹੁੰਦੀ ਆ। ਪਿੱਚ ਦਾ ਕੀ ਮਤਲਬ ਹੁੰਦਾ ਕਿ ਜਦੋਂ ਅਸੀਂ ਚੂੜੀਆਂ ਕੱਸਦੇ ਨਾ, ਨਟ ਬੋਲਟ ਹੁੰਦੇ ਆ, ਨਟ ਬੋਲਟ ਦੇ ਵਿੱਚ ਜਦੋਂ ਚੂੜੀਆਂ ਕੱਸਦੇ ਆ ਅਤੇ ਇੱਕ ਨਟ ਹੁੰਦਾ ਇੱਕ ਬੋਲਟ ਹੁੰਦਾ ਨਾ, ਆਪਾਂ ਦੇਖਦੇ ਹਾਂ ਤਾਂ ਅਸੀਂ ਚੂੜੀ ਕੱਸਦੇ ਹਾਂ ਉਹਦੇ 'ਚ ਪੇਚ ਨਾਲ ਉਹਨੂੰ ਗਾਂਹ ਘੁਮਾਈ ਜਾਂਦੇ ਪੇਚਕਸ ਨਾਲ। ਤਾਂ ਜਿਹੜਾ ਪੇਚ ਹੈਗਾ ਸੋ ਜਿੱਦਾਂ ਆਪਾਂ ਜੇ ਹੁਣ ਤੁਹਾਨੂੰ ਸਮਝਾਉਣ ਲਈ ਬਣਾਈਏ, ਸੋ ਮੰਨ ਲਓ ਆਹ ਇੱਕ ਤੁਹਾਡੇ ਕੋਲ ਸੋ ਇਹਦੇ 'ਚ ਇੱਥੇ ਚੂੜੀਆਂ ਹੁੰਦੀਆਂ ਇੱਦਾਂ ਨਾ, ਚੂੜੀਆਂ ਸੋ ਲਾਈਕ ਦਿਸ। ਇਹਨੂੰ ਜਦੋਂ ਅਸੀਂ ਕੱਸਦੇ ਹਾਂ, ਇਹਨੂੰ ਅਸੀਂ ਮੰਨ ਲਓ ਇੱਥੇ ਇੱਕ ਸਾਡੇ ਕੋਲ ਇਹਨੂੰ ਜਿਹਦੇ ਵਿੱਚ ਕੱਸਣਾ ਆਪਾਂ ਸੋ ਕੁਛ ਇੱਦਾਂ ਦਾ ਡਿਜ਼ਾਈਨ ਜੇ ਟਾਈਪ ਹੁੰਦਾ ਤਾਂ ਕਿ ਉਹ 'ਚ ਰੈਂਚ ਵਗੈਰਾ ਫਸ ਜਾਵੇ। ਸੋ ਇਹਦੇ ਵਿੱਚ ਟਾਈਟ ਹੋ ਜਾਂਦਾ ਹੁੰਦਾ। ਸੋ ਸਮਥਿੰਗ ਲਾਈਕ ਦਿਸ। ਇਹਦੇ ਵਿੱਚ ਚਾਬੀ ਚੁੱਬੀ ਨਾਲ ਫੜਿਆ ਜਾਂਦਾ ਜਾਂ ਪਲਾਸ ਨਾਲ ਇਹਨੂੰ ਫੜ ਸਕਦੇ ਹਾਂ। ਅਤੇ ਇਹ ਜਦੋਂ ਇਹਨੂੰ ਆਪਾਂ ਇਹ 'ਚ ਕੱਸਾਂਗੇ ਅਤੇ ਇਹਨੂੰ ਘੁਮਾਵਾਂਗੇ ਇੱਦਾਂ ਘੁਮਾਵਾਂਗੇ ਇੱਧਰ ਨੂੰ, ਪੇਚਕਸ ਦੇ ਨਾਲ ਇਹਨੂੰ ਐਂ ਘੁਮਾਵਾਂਗੇ ਇੱਦਾਂ ਘੁਮਾ ਕੇ। ਤਾਂ ਲੈਟ ਅਸ ਹੈਵ ਸਮ ਐਗਜ਼ਾਮਪਲ। ਸੋ ਓਕੇ, ਸੋ ਆਹ ਆਪਣੇ ਕੋਲ ਇੱਕ ਸੇ ਪੈਨ ਹੈਗਾ। ਸੋ ਯੂ ਕੈਨ ਸੀ। ਸੋ ਇਹਨੂੰ ਆਪਾਂ ਖੋਲ੍ਹਦੇ ਹਾਂ, ਦੇਖੋ ਆਹ ਖੁੱਲ੍ਹ ਗਿਆ ਨਾ। ਸੋ ਮੈਂ ਗੱਲ ਕਰ ਰਿਹਾ ਆਹ ਵਾਲੀ ਚੀਜ਼ ਦੀ ਕਿ ਆਹ ਤੁਹਾਡੇ ਕੋਲ ਹੁੰਦਾ, ਇਹਦੇ 'ਚ ਚੂੜੀਆਂ ਹੁੰਦੀਆਂ ਨਾ। ਸੋ ਯੂ ਕੈਨ ਸੀ ਇੱਥੇ ਚੂੜੀਆਂ ਹੁੰਦੀਆਂ, ਇਹਨੂੰ ਅਸੀਂ ਥਰੈਡਸ ਕਹਿੰਦੇ ਹਾਂ। ਇਹਦੇ ਵਿੱਚ ਨਟ ਬੋਲਟ ਸਿਸਟਮ ਹੁੰਦਾ। ਇਹਨੂੰ ਐਂ ਜਦੋਂ ਅਸੀਂ ਕਰਦੇ ਹਾਂ ਅਤੇ ਇਹ ਇੱਥੇ ਲੈਟ ਮੀ ਪੁੱਟ ਅ ਮਾਰਕ ਹੇਅਰ। ਸਪੋਜ਼ ਆਈ ਹੈਵ ਏ ਮਾਰਕ ਹੇਅਰ, ਓਕੇ। ਸੋ ਇਹਨੂੰ ਹੁਣ ਜਦੋਂ ਮੈਂ ਇਹਦੇ ਵਿੱਚ ਕੱਸੂੰਗਾ, ਸੋ ਯੂ ਹੈਵ ਏ ਬਲੈਕ ਮਾਰਕ ਹੇਅਰ। ਸੋ ਮੇਰੇ ਖਿਆਲ ਨਾਲ ਦਿਖ ਰਿਹਾ ਹੋਣਾ ਆਹ ਬਲੈਕ ਮਾਰਕ। ਸੋ ਮੈਂ ਇਹਨੂੰ ਇਹਦੇ ਵਿੱਚ ਫਿੱਟ ਕਰਦਾ, ਦੈਨ ਆਈ ਮੂਵ ਇਟ। ਇਹਨੂੰ ਮੈਂ ਘੁਮਾ ਰਿਹਾ, ਦੇਖੋ ਬੜੇ ਆਰਾਮ ਨਾਲ ਈਜ਼ੀਲੀ ਇਹ ਘੁੰਮਦਾ ਪਿਆ। ਐਂਡ ਆਹ ਦੇਖੋ ਆਹ ਇੱਕ ਚੱਕਰ ਪੂਰਾ ਹੋ ਗਿਆ, ਮਤਲਬ ਇੱਕ ਚੂੜੀ ਚੜ੍ਹ ਗਈ ਆ। ਦੁਬਾਰਾ ਉੱਥੇ ਆ ਗਏ ਨਾ ਕਾਲੇ ਮਾਰਕ 'ਤੇ ਆਪਾਂ ਆ ਗਏ। ਸੋ ਬੇਸਿਕਲੀ ਇਹ ਇੱਕ ਚੱਕਰ ਇਕੱਲਾ ਇਹਦਾ ਹੀ ਨਹੀਂ, ਇੱਧਰ ਵੀ ਇੱਥੇ ਮਾਰਕ ਲਾਉਣਾ ਚਾਹੀਦਾ ਆਪਾਂ ਨੂੰ। ਸੋ ਲੈਟ ਅਸ ਪੁੱਟ ਅ ਮਾਰਕ ਹੇਅਰ ਆਲਸੋ। ਸੋ ਇੱਥੇ ਵੀ ਅਸੀਂ ਇੱਕ ਮਾਰਕ ਲਾ ਦਿੰਦੇ ਹਾਂ। ਸੋ ਤਾਂ ਕਿ ਦੋਨੋਂ ਮਾਰਕ ਜਦੋਂ ਆਪਸ ਵਿੱਚ ਮਿਲ ਜਾਣਗੇ, ਸੋ ਦਿਸ ਕੋਇਨਸਾਈਡ, ਇਹਨੂੰ ਕਹਿੰਦੇ ਕੋਇਨਸਾਈਡ ਕਰਕੇ। ਇਹ ਦੋਨੋਂ ਮਾਰਕ ਜਿਹੜੇ ਆ ਕੋਇਨਸਾਈਡ ਕਰ ਜਾਣਗੇ ਤਾਂ ਫਿਰ ਇਹਦਾ ਮਤਲਬ ਚੱਕਰ ਪੂਰਾ ਹੋ ਗਿਆ, ਸਾਨੂੰ ਪਤਾ ਲੱਗ ਜੂਗਾ। ਸੋ ਲੈਟ ਅਸ ਓਪਨ ਇਟ। ਸੋ ਇਹਦੇ ਵਿੱਚ ਆਹ ਦੇਖੋ ਪਹਿਲੋਂ ਆਪਾਂ ਇੱਥੋਂ ਹੀ ਸ਼ੁਰੂ ਕਰਦੇ ਹਾਂ, ਇਹਨੂੰ ਸੇਧ ਵਿੱਚ ਰੱਖ ਕੇ ਫਿਰ ਇੱਕ ਚੱਕਰ ਦਿੰਦੇ ਹਾਂ। ਦੇਖੋ ਜਦੋਂ ਦੋਨੋਂ ਮਾਰਕ ਸੇਧ ਵਿੱਚ ਆ ਗਏ
तो हुण इहदा मतलब आ कि यह एक चक्कर पूरा हो गया, मतलब एक चूड़ी पूरी हो गई। फिर आपां एक होर चक्कर दिन्ने आ, देखो सो आ दो चूड़ियाँ ही चढ़ियाँ इनू, हाँ खत्म हो गया, टाइट हो गया ये जो मेरे को हैगा। सो ये चीज़ मैं तुहानूं दस रहा कि ਜਦੋਂ ਅਸੀਂ ਇਹਨੂੰ ਇੱਦਾਂ ਕੱਸਦੇ ਹਾਂ तो ये घूमदा आ, ਇਹਦੇ ਵਿੱਚ ਚੂੜੀ ਹੁੰਦੀ ਆ। ਸੋ ਦੇਖੋ ਇਹਦੇ ਵਿੱਚ ਹੁਣ ਤੁਸੀਂ ਇੱਕ ਚੀਜ਼ ਹੋਰ ਦੇਖੋ, ਆ ਦੇਖੋ ਇਹਦੇ ਵਿੱਚ ਇੰਨੀ ਥਾਂ ਆ, ਆਹ ਵਾਲੀ ਜਿੱਥੇ ਚੂੜੀਆਂ ਆ, ਇਹ ਲਗਭਗ 1 ਸੈਂਟੀਮੀਟਰ ਹੋਊਗੀ। ਹੁਣ ਮੈਂ ਇਹਨੂੰ ਇੱਥੇ ਰੱਖਿਆ, ਠੀਕ ਆ, ਅਤੇ ਇਹਨੂੰ ਜਦੋਂ ਮੈਂ ਕੱਸਣਾ ਸ਼ੁਰੂ ਕੀਤਾ, ਸੋ ਰੋਟੇਟਿੰਗ ਇਟ, सो एक चक्कर हो गया, देखो एक चक्कर हो गया ना, बड़े आराम नाल मैं इनू घुमा रहा हाले। सो फिर एक बारी होर मैं घुमाया तो आ, सो हुण ये कल्ला ये घूमिया ही नहीं, घूम के अगे नूं भी वध गया। सो जिद्दां जिद्दां असीं इनू घुमावांगे तो ये अगे अगे वल नूं भी जाई जाऊगा, गांह वल नूं भी दूर जाऊगा, इट विल मूव। सो मतलब आ जी चूड़ी आ वाली चूड़ी तो आ वाली चूड़ी इत्थों लैके इत्थे तक जो ये पूरी कवर हो जाऊगा एक चक्कर, तो एक चूड़ी जी आ चढ़ जाऊगी, मतलब एक थ्रैड जोड़ा है जिद्दां चूड़ी नूं मैं जूम करा तो जो इनू असीं घुमावांगे तो उदों ये इन्ना दूर चल जाता है, हाँ इन्ना डिस्टेंस गांह नूं एक फॉरवर्ड जोड़ा है ये दूरी तय करता है। सो ये घुमाण नाल ये किन्नी दूर जाता है, लीनियर, इनू लीनियर कह सकते हैं। आ रोटेशन आ लीनियर आ। जिहड़ा स्क्रू गाज हुंदा उहदे विच बेसिकली इदां ही आपां करदे हां कि उहदे विच आह सारा सिस्टम बनिया बनाया हुंदा, उहदे च मार्क मूर्क लगे हुंदे जिहड़े मैं पैन नाल लाए सी। तो जदों उहनूं असीं घुमाने आ, जिद्दां असीं उहनूं 4 वारी घुमाया पूरे 4 चक्कर दिंदे आ तो वो 4 mm हो जाता हुंदा आम करके, जे लैबोरेटरी च तुसीं देखोगे ये वाली चीज़ नूं। सो जदों असीं इहनूं घुमाने आ किसी उहनूं तां असीं देखदे आ कि भी उहदे च 4 mm वो गांह चल जांदा हैगा। सो उत्थों फिर असीं उहदी पिच जिहड़ी आ वो डिफाइन करदे आ भी वो किन्नी अगे चला गया हैगा। सो उहदी पिच हुंदी हैगी आ। सो पिच तो फिर असीं लीस्ट काउंट जिहड़ा हैगा वो कैलकुलेट करदे हुंदे आ। सो इस करके ये वाली गल थोड़ी जी मैनूं एक्सप्लेन करनी पई। सो जिहड़ा स्क्रू गाज हुंदा वा, स्क्रू गाज दा जिहड़ा लीस्ट काउंट जे कड्ढना होवे, लीस्ट काउंट दा मतलब हुंदा भी वो किन्ना घट तो घट नाप सकदा वा, उहनूं असीं जिहड़ा हैगा लीस्ट काउंट कहने हैगे आ। सो स्क्रू गाज के बारे में तुहानूं कोशिश करदा दिखाने दी, इफ आई गेट ए डायग्राम फॉर दैट। सो ओके, सो आ देखो अपने कोल आह स्क्रू गाज हुंदा वा, ਇਹਦੇ ਵਿੱਚ ਆ ਜਿਹੜਾ ਹੁੰਦਾ ਰੈਕ ਐਂਡ ਪਿਨੀਅਨ ਅਰੇਂਜਮੈਂਟ ਹੁੰਦਾ, ਇਹਨੂੰ ਘੁਮਾਈਦਾ ਆ ਜਿੱਦਾਂ ਆਪਾਂ ਨਟ ਬੋਲਟ ਕੱਸਦੇ ਆ, ਇਹਨੂੰ ਘੁਮਾਉਂਦੇ ਆ। ਪਹਿਲੋਂ ਹੀ ਇਹਦੇ ਵਿੱਚ ਫਿੱਟ ਹੁੰਦਾ ਵਾ, ਇੱਥੇ ਚੂੜੀਆਂ ਹੁੰਦੀਆਂ ਕਹਿ ਲਓ, ਇੱਥੇ ਮਤਲਬ ਬਰੀਕ ਜਿਹਾ ਦਿਖਾਇਆ, ਥੋੜ੍ਹਾ ਵੱਡਾ ਹੀ ਹੁੰਦਾ, ਜਸਟ ਡਾਇਗਰਾਮ ਆ। ਸੋ ਆ ਲੀਨੀਅਰ ਸਕੇਲ ਆ ਇੱਥੇ ਜਿਹੜੀ ਦਿਖਾਈ ਹੋਈ ਆ। ਸੋ ਜਿੱਦਾਂ ਮੈਂ ਦੱਸਿਆ ਕਿ ਅੱਗੇ ਨੂੰ ਜਾਊਗਾ ਇਹ। ਸੋ ਜਦੋਂ ਅਸੀਂ ਇਹਨੂੰ 3 ਵਾਰੀ 4 ਗੇੜੇ ਦੇਵਾਂਗੇ ਤੇ 4 mm ਇੱਥੇ ਤੱਕ ਇਹ ਅੱਗੇ ਚੱਲ ਜਾਊ, ਮਤਲਬ ਆਹ ਚੀਜ਼ ਜਿਹੜੀ ਆ ਅੱਗੇ ਨੂੰ ਚੱਲ ਜਾਊਗੀ। ਤਾਂ ਉਹ ਫਿਰ ਆ ਜਿਹੜੀ ਲੀਨੀਅਰ ਆ ਪਿਚ ਸਕੇਲ ਹੁੰਦੀ ਆ, ਮਤਲਬ ਇਹਨੂੰ ਆਪਾਂ ਕਿੰਨੇ ਗੇੜੇ ਦਿੱਤੇ, ਕਿੰਨੀ ਵਾਰੀ ਘੁਮਾਇਆ, ਉਹਦੇ ਨਾਲ ਇਹ ਕਿੰਨਾ ਅੱਗੇ ਨੂੰ ਗਿਆ, ਉੱਥੋਂ ਆਪਾਂ ਨੂੰ ਇਹ ਪਤਾ ਲੱਗ ਜਾਂਦਾ ਵੀ ਉਹਦੀ ਪਿਚ ਕਿੰਨੀ ਆ। ਵੀ 4 ਗੇੜੇ ਦਿੱਤੇ ਤਾਂ 4 mm ਹੋਇਆ, ਮਤਲਬ ਪਿਚ ਉਹਦੀ ਜਿਹੜੀ ਹੈਗੀ ਆ ਉਹ 1 ਬਣ ਗਈ, ਮਤਲਬ ਇੱਕ ਗੇੜੇ 'ਚ ਇੱਕ ਵਾਰੀ 1 mm ਅੱਗੇ ਜਾਊਗਾ, 1 ਮਿਲੀਮੀਟਰ ਅੱਗੇ ਜਾਊਗਾ। ਸੋ ਦਿਸ ਇਜ਼ ਹਾਊ ਯੂ ਹੈਵ ਦਿਸ। ਸੋ ਐਕਚੁਅਲੀ ਇਹ ਪ੍ਰੈਕਟੀਕਲ ਦੇ ਨਾਲ ਸੰਬੰਧ ਰੱਖਦੀ ਆ ਗੱਲ। ਸੋ ਬਟ ਇਫ ਯੂ ਨੋ ਇਟ ਤਾਂ ਵਧੀਆ ਗੱਲ ਆ। ਸੋ ਇਹ ਜਦੋਂ ਪ੍ਰੈਕਟੀਕਲਸ ਵਗੈਰਾ ਹੋਣਗੇ ਉਹਦੇ 'ਚ ਤੁਸੀਂ ਦੇਖ ਸਕਦੇ ਆ ਇਹਨੂੰ। ਸੋ ਦੈਨ ਸੋ ਪਿਚ ਬਟਾ ਨੰਬਰ ਆਫ ਡਿਵੀਜ਼ਨਸ ਔਨ ਦਾ ਸਰਕੂਲਰ ਸਕੇਲ, ਉਹਦੀ ਪਿਚ ਕਿੰਨੀ ਆ ਅਤੇ ਪਿਚ ਬਟਾ, ਸੋ ਜਿੱਦਾਂ ਆਮ ਕਰਕੇ ਪਿਚ ਬਟਾ ਉਹਦੀਆਂ ਸਰਕੂਲਰ ਡਿਵੀਜ਼ਨਸ ਕਿੰਨੀਆਂ ਹੁੰਦੀਆਂ, ਜਿੱਦਾਂ ਆ ਇੱਥੇ ਆ ਨਾ ਆਹ ਗੋਲ ਜਿਹਾ, ਆਹ ਵਾਲੀ ਚੀਜ਼ ਇਹਦਾ ਆਹ ਲਿਖਿਆ, ਇੱਥੇ ਇੱਦਾਂ ਨੰਬਰ ਲਿਖੇ ਹੁੰਦੇ ਆ 1 2 3 4 ਇਹਦੇ ਗੁਲਾਈ 'ਤੇ। ਸੋ ਨੰਬਰ ਲਿਖੇ ਹੁੰਦੇ ਆ। ਸੋ ਇਹ ਆਮ ਕਰਕੇ 100 ਹੁੰਦੇ ਆ, ਮਤਲਬ ਪੂਰੇ ਉੱਥੇ ਮਾਰਕਿੰਗ ਪ੍ਰੋਪਰ ਹੁੰਦੀ ਆ ਜਿੱਦਾਂ ਹੁਣੀ ਤੁਹਾਨੂੰ ਦਿਖਾਇਆ ਹੀ ਸੀਗਾ। ਸੋ ਇਫ ਯੂ ਹੈਵ ਨੋਟ ਸੀਨ ਇਟ, ਸੋ ਤੁਸੀਂ ਇਹਨੂੰ ਦੁਬਾਰਾ ਦੇਖ ਲਓ। ਸੋ ਆਹ ਦੇਖੋ ਇਹਦੇ 'ਚ ਨੰਬਰਿੰਗ ਲਿਖੀ ਨਾ ਗੁਲਾਈ ਵਾਲੀ। ਸੋ ਯੂ ਕੈਨ ਸੀ ਕਿ ਇਹਦੇ ਵਿੱਚ ਆਪਣੇ ਕੋਲ
आ देखो 5 0 95 मतलब 0 95 तो बाद फिर 96 97 98 99 फिर 100 आना सी 100 तो बाद 0 हो गया जिदा 12 वजते आ ਜਦੋਂ ਤਾਂ 12 ਘੜੀ ਤੇ 12 ਵਜੇ ਨੂੰ ਅਸੀਂ ਫਿਰ 0 ਵਜੇ ਕਹਿ ਦਿੰਦੇ ਹਾਂ ਨਾ 12 ਵਜੇ ਮਤਲਬ 0 ਵੱਜ ਗਏ ਸੋ ਫਿਰ ਦੁਬਾਰਾ 12 ਤੇ ਆਉਂਦਾ ਫਿਰ ਉਹਨੂੰ ਜਾਂ ਫਿਰ 13 ਕਹਿ ਦਿੰਦੇ ਹਾਂ ਵੀ 12 ਤੋਂ ਬਾਅਦ ਫਿਰ 13 14 15 24 ਵੱਜ ਗਏ ਸੋ ਜਦੋਂ ਅਸੀਂ ਜਾਂ 24 ਘੰਟੇ ਦੇ ਹਿਸਾਬ ਨਾਲ ਚੱਲਦੇ ਹਾਂ ਸੋ ਰਾਤ ਨੂੰ 12 ਵਜੇ ਫਿਰ ਆਪਾਂ ਕਹਿ ਦਿੰਦੇ ਹਾਂ 0 ਹੋ ਗਿਆ ਕਿਉਂਕਿ 24 ਘੰਟੇ ਅਸੀਂ 2 ਵਾਰੀ ਘੜੀ ਜਿਹੜੀ ਆ ਉਹ ਪੂਰਾ ਚੱਕਰ ਕੱਢਦੀ ਆ 12 12 ਦਾ ਸੋ ਮਤਲਬ ਜਿੱਥੇ 12 ਵੱਜ ਗਏ ਇਹਦਾ ਮਤਲਬ 0 ਤੋਂ ਦੁਬਾਰਾ ਫਿਰ ਸ਼ੁਰੂ ਹੋ ਗਿਆ ਕੰਮ ਇਸ ਕਰਕੇ 99 ਤੋਂ ਬਾਅਦ 0 ਆ ਜਾਣਾ ਵਾ ਮਤਲਬ 100 ਆ ਇਹ ਆ ਜਿਹੜੇ ਗੋਲ ਗੋਲ ਆ ਇਹਨੂੰ ਜਦੋਂ ਤੁਸੀਂ ਘੁਮਾਈ ਜਾਓਗੇ ਤਾਂ ਇਹ 100 ਗਿਣਤੀ ਆ ਇੱਥੇ 100 ਟੋਟਲ ਸੋ ਇਸ ਕਰਕੇ ਸਰਕੂਲਰ ਜਿਹੜਾ ਹੈਗਾ ਦੇਖ ਸਰਕੂਲਰ ਹੈਡ ਸਕੇਲ ਸੋ ਇਹ ਸਰਕੂਲਰ ਸਕੇਲ ਆ ਮਤਲਬ ਗੁਲਾਈ ਦੇ ਵਿੱਚ ਨਿਸ਼ਾਨ ਲਾਇਆ ਹੋਇਆ ਇਹ ਜਦੋਂ ਇਹ ਪੂਰਾ ਚੱਕਰ ਘੁੰਮਦਾ ਸੋ ਪਿੱਚ ਦਾ ਮਤਲਬ ਸੋ ਮਤਲਬ ਤੁਸੀਂ ਇਹਦਾ ਫਿਲਹਾਲ ਫਾਰਮੂਲਾ ਯਾਦ ਰੱਖ ਸਕਦੇ ਹੋ ਕਿ ਲੀਸਟ ਕਾਊਂਟ ਹੁੰਦਾ ਕੀ ਆ ਸੋ ਲੀਸਟ ਕਾਊਂਟ ਜਿਹੜਾ ਹੁੰਦਾ ਹੈਗਾ ਸੋ ਇਹਦਾ ਸਕਰੂ ਗਾਜ ਦਾ ਕੈਲਕੂਲੇਟ ਕਰਨ ਦਾ ਫਾਰਮੂਲਾ ਲੀਸਟ ਕਾਊਂਟ ਦਾ ਫਾਰਮੂਲਾ ਹੈਗਾ ਪਿੱਚ ਡਿਵਾਈਡ ਬਾਏ ਨੰਬਰ ਆਫ ਡਿਵੀਜ਼ਨਸ ਔਨ ਦਾ ਸਰਕੂਲਰ ਸਕੇਲ ਸੋ ਸਰਕੂਲਰ ਸਕੇਲ ਦੇ ਉੱਪਰ ਸੋ ਇਸ ਤਰ੍ਹਾਂ ਇਹ ਲੀਸਟ ਕਾਊਂਟ ਜੇ ਸਕਰੂ ਗਾਜ ਦਾ ਹੋਵੇ ਸਕਰੂ ਗਾਜ ਇਹਨੂੰ ਸਕਰੂ ਗਾਜ ਜਾਂ ਸਕਰੂ ਗੇਜ ਵੀ ਕਹਿ ਦਿੰਦੇ ਆ ਮਾਈਕਰੋਮੀਟਰ ਵੀ ਕਹਿ ਦਿੰਦੇ ਆ ਸੋ ਇਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਇਹਦਾ ਜਿਹੜਾ ਹੈਗਾ ਸੋ ਕੋਈ ਦੋ ਮੰਨ ਲਓ ਕਿ ਤੁਹਾਨੂੰ ਕਿ ਪੁੱਛਿਆ ਜਾਵੇ ਕਿ ਕੁਆਂਟੀਟੀਜ਼ ਦੱਸੋ ਫਿਜ਼ੀਕਲ ਕੁਆਂਟੀਟੀਜ਼ ਜਿਹਦੀਆਂ ਡਿਮੈਂਸ਼ਨਸ ਨਹੀਂ ਹੈਗੀਆਂ ਸੋ ਡਿਮੈਂਸ਼ਨਸ ਨਹੀਂ ਹੈਗੀਆਂ ਕਿਹਦੀਆਂ ਡਿਮੈਂਸ਼ਨਸ ਨਹੀਂ ਹੈਗੀਆਂ ਸੋ ਦੇਅਰ ਆਰ ਮੈਨੀ ਸੋ ਜਿੱਦਾਂ ਰਿਫਰੈਕਟਿਵ ਇੰਡੈਕਸ ਆ ਰਿਫਰੈਕਟਿਵ ਇੰਡੈਕਸ ਇਹਦੀਆਂ ਕੋਈ ਡਿਮੈਂਸ਼ਨਸ ਨਹੀਂ ਹੁੰਦੀਆਂ ਰਿਫਰੈਕਟਿਵ ਅਪਵਰਤਨ ਅੰਕ ਜਿਹਨੂੰ ਅਸੀਂ ਕਹਿੰਦੇ ਸੀਗੇ ਸਟ੍ਰੇਨ ਦੀਆਂ ਕੋਈ ਡਿਮੈਂਸ਼ਨਸ ਨਹੀਂ ਹੁੰਦੀਆਂ ਠੀਕ ਆ ਦੈਨ ਕੋਫੀਸ਼ੀਐਂਟ ਆਫ ਫ੍ਰਿਕਸ਼ਨ ਦੀਆਂ ਕੋਈ ਡਿਮੈਂਸ਼ਨਸ ਨਹੀਂ ਹੁੰਦੀਆਂ ਕੋਐਫੀਸ਼ੀਐਂਟ ਆਫ ਫ੍ਰਿਕਸ਼ਨ ਸੋ ਫ੍ਰਿਕਸ਼ਨ ਦੀਆਂ ਵੀ ਕੋਈ ਡਿਮੈਂਸ਼ਨਸ ਨਹੀਂ ਹੁੰਦੀਆਂ ਇੱਦਾਂ ਹੋਰ ਵੀ ਹੁੰਦੇ ਹੈਗੇ ਆ ਜਿਹੜੀਆਂ ਦੀਆਂ ਡਿਮੈਂਸ਼ਨਸ ਨਹੀਂ ਹੁੰਦੀਆਂ ਦੈਨ ਜਿੱਦਾਂ ਐਂਗਲ ਹੈਗਾ ਐਂਗਲ ਨੂੰ ਆਪਾਂ ਕੀ ਕਰਦੇ ਹਾਂ ਕਿ ਐਂਗਲ ਜਿਹੜਾ ਹੁੰਦਾ ਉਹਦੀਆਂ ਜਿਹੜੀਆਂ ਯੂ ਕੈਨ ਸੇ ਕਿ ਉਹਦਾ ਰੇਡੀਅਨ ਆਪਾਂ ਲਿਖ ਦਿੰਦੇ ਹਾਂ ਕਿ ਰੇਡੀਅਨ ਉਹਦਾ ਯੂਨਿਟ ਆ ਬਟ ਉਹਦੀਆਂ ਡਿਮੈਂਸ਼ਨਸ ਆਪਾਂ ML 0 T0 ਲਿਖਦੇ ਹਾਂ ਡਿਮੈਂਸ਼ਨਸ ਨਹੀਂ ਹੁੰਦੀਆਂ ਬਟ ਉਹਦਾ ਯੂਨਿਟ ਹੁੰਦਾ ਆ ਸੋ ਐਂਗਲ ਜਿਹੜਾ ਹੈਗਾ ਸੋ ਐਂਗਲ ਫਿਜ਼ੀਕਲ ਕੁਆਂਟੀਟੀ ਆ ਜਿਹਦਾ ਯੂਨਿਟ ਹੁੰਦਾ ਆ ਬਟ ਡਿਮੈਂਸ਼ਨਸ ਨਹੀਂ ਹੁੰਦੀਆਂ ਸੋ ਇਹ ਇੱਕ ਨੰਬਰ 'ਚ ਤੁਹਾਨੂੰ ਪੁੱਛੇ ਜਾ ਸਕਦੇ ਆ ਕੋਈ ਦੋ ਫਿਜ਼ੀਕਲ ਕੁਆਂਟੀਟੀਜ਼ ਦੱਸੋ ਜਿਨ੍ਹਾਂ ਦੀਆਂ ਡਿਮੈਂਸ਼ਨਸ ਜਿਹੜੀਆਂ ਹੈਗੀਆਂ ਉਹ ਸੇਮ ਹੋਣ ਜਿੱਦਾਂ ਆਪਣੇ ਕੋਲ ਪੋਟੈਂਸ਼ੀਅਲ ਐਨਰਜੀ ਕਟੈਟਿਕ ਐਨਰਜੀ ਅਤੇ ਵਰਕ ਹੀਟ ਐਨਰਜੀ ਇਹ ਸਾਰੀਆਂ ਦੀ ਡਿਮੈਂਸ਼ਨ ਸੇਮ ਆ ਸੋ ਤੁਹਾਨੂੰ ਪੁੱਛਿਆ ਜਾ ਸਕਦਾ ਕਿ ਸੇਮ ਡਿਮੈਂਸ਼ਨ ਵਾਲੀਆਂ ਜਿਹੜੀਆਂ ਫਿਜ਼ੀਕਲ ਕੁਆਂਟੀਟੀਜ਼ ਦੱਸੋ then they may ask you ke some other questions if we say ਤੁਹਾਡੇ ਕੋਲ ਡੈਫੀਨੇਸ਼ਨ ਪੁੱਛ ਸਕਦੇ ਜਿੱਦਾਂ ਕੈਲਵਿਨ ਦੀ ਡੈਫੀਨੇਸ਼ਨ ਦੱਸੋ ਕੋਫੀਸ਼ੀਐਂਟ ਆਫ ਵਿਸਕੋਸਿਟੀ ਆ ਜਿੱਦਾਂ ਕੋਫੀਸ਼ੀਐਂਟ ਆਫ ਵਿਸਕੋਸਿਟੀ ਨੂੰ ਕੈਲਕੂਲੇਟ ਕਰਨ ਲਈ 1-2 ਨੰਬਰ ਦੇ ਵਿੱਚ ਸਵਾਲ ਪੁੱਛਿਆ ਜਾ ਸਕਦਾ ਵਾ ਕੋਫੀਸ਼ੀਐਂਟ ਆਫ ਵਿਸਕੋਸਿਟੀ ਸੋ ਕੋਫੀਸ਼ੀਐਂਟ ਆਫ ਵਿਸਕੋਸਿਟੀ ਜੇ ਆਪਾਂ ਦੇਖੀਏ ਤਾਂ ਕੋਐਫੀਸ਼ੀਐਂਟ ਆਫ ਵਿਸਕੋਸਿਟੀ ਸੋ ਇਹ ਹੁੰਦੀ ਆ ਫੋਰਸ ਬਟਾ ਏਰੀਆ ਦਾ ਜੇ ਫਾਰਮੂਲਾ ਆਪਾਂ ਨੂੰ ਪਤਾ ਹੋਵੇ ਡਿਵਾਈਡ ਬਾਏ ਵੈਲੋਸਿਟੀ ਬਟਾ ਡਿਸਟੈਂਸ ਸੋ ਵੈਲੋਸਿਟੀ ਬਟਾ ਡਿਸਟੈਂਸ ਨੂੰ ਵੈਲੋਸਿਟੀ ਗ੍ਰੇਡੀਐਂਟ ਕਹਿੰਦੇ ਆ ਇਹ ਅਲੱਗ ਤਰ੍ਹਾਂ ਦਾ ਇੱਕ ਹੈਗਾ ਵੈਲੋਸਿਟੀ ਬਟਾ ਡਿਸਟੈਂਸ ਨੂੰ ਵੈਲੋਸਿਟੀ ਗ੍ਰੇਡੀਐਂਟ ਕਹਿੰਦੇ ਆ ਸੋ ਫੋਰਸ ਬਟਾ ਏਰੀਆ ਹੁਣ ਫੋਰਸ ਦੀਆਂ ਡਾਇਮੈਂਸ਼ਨਸ ਤੁਹਾਨੂੰ ਪਤਾ ਹੋਣ ML T-2 ਅਤੇ ਏਰੀਆ ਬਟੇ ਵਿੱਚ ਆ ਗਿਆ ਏਰੀਆ ਸਕੇਅਰ ਵੈਲੋਸਿਟੀ ਦੀਆਂ ਹੁੰਦੀਆਂ ਵਾ LT-1 ਅਤੇ ਡਿਸਟੈਂਸ ਹੁੰਦਾ L ਸੋ ਇਹਨਾਂ ਨੂੰ ਹੁਣ ਐਡਜਸਟ ਕਰਕੇ ਆਪਾਂ ਇਹਦੀਆਂ ਡਾਇਮੈਂਸ਼ਨਸ ML-1 T-1 ਕੈਲਕੂਲੇਟ ਕਰ ਸਕਦੇ ਹਾਂ ਸੋ ਇਸ ਤਰ੍ਹਾਂ ਅਸੀਂ ਜਿਹੜਾ ਹੈਗਾ ਸੋ ਫੋਰਸ ਓਵਰ ਏਰੀਆ ਇਜ਼ ਪ੍ਰੈਸ਼ਰ ਬੇਸਿਕਲੀ ਫੋਰਸ ਓਵਰ ਏਰੀਆ ਜੇ ਇਕੱਲਾ ਆਪਾਂ ਇਹਦੀ ਗੱਲ ਕਰੀਏ ਪ੍ਰੈਸ਼ਰ ਹੁੰਦਾ ਵਾ ਵੈਲੋਸਿਟੀ ਬਟਾ ਡਿਸਟੈਂਸ ਜਿਹੜਾ ਵੈਲੋਸਿਟੀ ਗ੍ਰੇਡੀਐਂਟ ਹੁੰਦਾ ਮਤਲਬ ਇਹ ਦੋ ਹੋਰ ਨਵੀਆਂ ਫਿਜ਼ੀਕਲ ਕੁਆਂਟੀਜ਼ ਹੈਗੀਆਂ
सो मतलब कि कोफिशिएंट ऑफ विस्कोसिटी ਨੂੰ ਜੇ याद रखना तो प्रैशर बटा वेलोसिटी ग्रेडियंट ਤੁਸੀਂ इदां फार्मूला याद रख सकते हो प्रैशर बटा वेलोसिटी ग्रेडियंट सो इत्थों मतलब फटाफट याद रखने लिए फार्मूला है। सो अदरवाइज असी जी एक्चुअल डेफिनेशन असी यही कहने होंगे फोर्स पर यूनिट डिवाइडेड बाय वेलोसिटी पर यूनिट डिस्टेंस जोड़ा है वो लेने होंगे। सो इस तरह असी जोड़े कुछ क्वेश्चनस है यूनिट 1 के वो होर डिस्कस किए। सो ये बहुत क्वेश्चन आ खत्म ही नहीं होंगे इदा का आप जो लगे रहीए तो कल्ले कल्ले पेज से किन्ने क्वेश्चन बन जाते हैं। सो ये मेन गल हैगी कि तुसी इन्हों बुक नूं पढ़ना हुण असल कहानी ये हैगी आ कि जिन्नी देर बुक नहीं पढ़ते उन्नी देर तुहानूं क्लीयर नहीं होना भी कित्थों कित्थों की पूछा जा सकता है। सो कोशिश करो कि हर एक पेज जिहड़ा हैगा बुक का उन्होंने ध्यान नाल पढ़ लो घोट के पीजो जिन्हों आपां पंजाबी च कहने हुंदे आ भी ऐन कल्ला कल्ला अखर तुहाडे दिमाग च बैठा होवे कित्थे की लिखिया ਉਹਦੀ जे अंग्रेजी नहीं ਉਹਦੀ पंजाबी नहीं समझ लगती तो वो भी पुछ लीती जाए डिक्शनरी च लभ ली जाए। अजकल तो मोबाइल ते कंप्यूटर ते सारा कुछ बड़े आराम नाल अखरां दे मतलब समझ लग जाते हैं वो दो दो चार चार अखर मतलब निकलते कोई अखर दे। सो सारिਆਂ ਦਾ ध्यान दिओ भी तुसी किहड़ा अखर जिहड़ा हैगा वरतना जिद्दां हुण आपां मान लो इंग्लिश का एक अखर आ कंसनट्रेशन। सो कंसनट्रेशन तो भाव की हुंदा वा इत्थे हुण जिद्दां कैमिस्ट्री च गल करदे पे फिर गाढ़ापन भी किन्ना क गाढ़ा हैगा जिद्दां आपां एक गिलास दे विच एक खंड का चमचा घोलिया तो वो कंसनट्रेशन बहुत घट हो फिक्का फिक्का जिहा लगूगा फिर वही एक गिलास असी 2 3 4 5 चमचे खंड के घोलते तो थोड़ा वो मिठा ज़्यादा लगूगा। तो वही जो आप 10 12 चमचे एको गिलास च घोलते तो चाशनी जी बन जू सो ही मिठा मिठा हो जूगा। सो वो कंसनट्रेशन जिद्दां हुण जलेबी दे विच घोलते आ खंड तो उत्थे कंसनट्रेशन बहुत ज़्यादा होंदी आ जिन्हों चाशनी कहते हैं ना। सो कंसनट्रेशन का मतलब है गाढ़ापन वह जिहड़ा संघनापन कह लो। तो एक हुंदा वा एकाग्रता जिद्दां लोकी समाधि लाते हैं ना मैਡੀਟੇਸ਼ਨ करते हैं भी बह गए अखां मीच के तो फिर आप कहने कंसनट्रेट करो अपना ध्यान एक जगह पर लाओ वो भी कंसनट्रेशन होंदी आ। सो इदां एक अखर के कई मतलब होंदे आ ये हुण तुसीं देखना भी तुसीं की पढ़ते पे हो उहदा अखर का मतलब की होऊगा। सो ये चीज़ों का भी आपां ध्यान रखना हैगा। सो देयर आर मैनी अदर क्वेश्चनस सो तुसीं हुण अपने आप उन्हां नूं देख लेना हैगा। थैंक यू।